ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤਾਂ ਦਰਸ਼ਕੋ, ਸਮੇਂ-ਸਮੇਂ 'ਤੇ ਖਾਸ ਗੱਲਬਾਤ ਦੇ ਦੌਰਾਨ ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹੁੰਦੇ ਹਾਂ ਜਿਨ੍ਹਾਂ 'ਤੇ ਸਾਨੂੰ ਮਾਣ ਮਹਿਸੂਸ ਵੀ ਹੁੰਦਾ ਕਿ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ, ਸਾਡੇ ਸਿੱਖ ਸਮਾਜ ਦੇ ਵਿੱਚ ਇਹੋ ਜਿਹੇ ਫੇਸਿਸ ਵੀ ਹੈਗੇ ਨੇ ਜਿਹੜੇ ਅਗਾਂਹ ਹੋ ਕੇ ਸਾਨੂੰ ਰੀਪ੍ਰਜੈਂਟ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਣ। ਅਤੇ ਇਹੋ ਜਿਹੀ ਪਰਸਨੈਲਿਟੀ ਅੱਜ ਜਿਨ੍ਹਾਂ ਦੇ ਨਾਲ ਮੈਂ ਗੱਲਬਾਤ ਕਰਨ ਜਾ ਰਹੀ ਹਾਂ, ਮੈਨੂੰ ਉਹਨਾਂ ਨੂੰ ਕੋਈ ਇੰਟਰੋਡਿਊਸ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕਿ ਰੂਬਰੂ ਕਰਵਾਵਾਂ। ਆਪਾਂ ਸਾਰੇ ਜਾਣਦੇ ਹਾਂ, ਸਮੇਂ-ਸਮੇਂ 'ਤੇ ਬਹੁਤ ਸਾਰੀ ਨੌਲੇਜ ਦੇ ਨਾਲ, ਬਹੁਤ ਸਾਰੇ ਤੱਥਾਂ ਦੇ ਨਾਲ ਸਾਡੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਸਰਦਾਰ ਬਲਵਿੰਦਰ ਸਿੰਘ ਜੀ। RTI ਐਕਟਿਵਿਸਟ ਅਤੇ ਇੱਕ ਸਮਾਜਿਕ ਕਾਰਕੁਨ ਨੇ। ਪਰ ਹੁਣ ਜਿਹੜੀ ਗੱਲ ਮੈਂ ਉਹਨਾਂ ਦੇ ਸੰਬੰਧੀ ਤੁਹਾਡੇ ਨਾਲ ਸਾਂਝੀ ਕਰਾਂਗੀ, ਉਹ ਆਪਾਂ ਅਗਾਂਹ ਗੱਲਬਾਤ ਦਾ ਸਿਲਸਿਲਾ ਤੋਰਦੇ ਰੱਖਾਂਗੇ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇੱਕ ਬਾਣੀ ਚੈਨਲ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਦੇ ਲਈ ਇੱਕ ਮਾਣ ਦੀ ਗੱਲ ਹੈ, ਕਿਉਂਕਿ ਅਗਰ ਗੱਲ ਕੀਤੀ ਜਾਵੇ ਬਲਵਿੰਦਰ ਸਿੰਘ ਜੀ, ਤੁਹਾਡੀ ਮੈਂ ਨਾ ਸੋਸ਼ਲ ਮੀਡੀਆ ਦੇ ਉੱਤੇ, ਤੁਹਾਡੀ ਫੇਸਬੁੱਕ ID ਦੇ ਉੱਤੇ ਵੀ ਮੈਂ ਵੇਖਿਆ ਲਗਾਤਾਰ ਨਾ ਤੁਹਾਨੂੰ ਹੀ ਬਹੁਤ ਸਾਰੀਆਂ ਵਧਾਈਆਂ ਆ ਰਹੀਆਂ ਨੇ। ਸਿਰਫ ਤੁਸੀਂ ਵਧਾਈ ਦੇ ਪਾਤਰ ਨਹੀਂ ਹੋ, ਅਸੀਂ ਵੀ ਨਾਲ ਵਧਾਈ ਦੇ ਪਾਤਰ ਹਾਂ ਕਿ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਅਜਿਹਾ ਫੇਸ ਜਿਹੜਾ ਕਿ ਸਿਰਫ ਇਹ ਨਹੀਂ ਹੈ ਆਪਣੀਆਂ ਸੇਵਾਵਾਂ ਦੇ ਨਾਲ ਸਿਰਫ ਸਟੇਟ ਦੇ ਵਿੱਚ ਨਹੀਂ, ਸੈਂਟਰ ਦੇ ਵਿੱਚ ਵੀ ਇੱਕ ਆਪਣੀ ਪਹਿਚਾਣ ਬਣਾ ਲੈਣੀ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕੀ ਪਹਿਚਾਣ ਬਣਾਈ ਹੈ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਨੇ। ਸਟੇਟ ਆਡਿਟ ਐਡਵਾਈਜ਼ਰੀ ਬੋਰਡ ਹੈ ਜਿਹਦੇ ਵਿੱਚ ਉਹ ਆਪਣੀ ਇੱਕ ਸਟੇਟ ਦੇ ਵਿੱਚ ਸੇਵਾਵਾਂ ਦਿੱਤੀਆਂ, ਲੇਕਿਨ ਸੈਂਟਰ ਤੱਕ ਸੇਵਾਵਾਂ ਪਹੁੰਚੀਆਂ, ਸੈਂਟਰ ਤੱਕ ਪਤਾ ਚੱਲਿਆ ਕਿ ਕੀ ਸੇਵਾਵਾਂ ਨੇ ਸਰਦਾਰ ਬਲਵਿੰਦਰ ਸਿੰਘ ਜੀ ਦੀਆਂ, ਭਾਵੇਂ ਉਹ RTI ਐਕਟਿਵਿਸਟ ਹੋਣ ਜਾਂ ਸਮਾਜਿਕ ਕਾਰਕੁਨ ਦੇ ਤੌਰ ਦੇ ਉੱਤੇ। ਤਾਂ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਇਹ ਤੁਹਾਨੂੰ ਸਟੇਟ ਆਡਿਟ ਐਡਵਾਈਜ਼ਰੀ ਬੋਰਡ ਦੇ ਵਿੱਚ ਤੁਹਾਨੂੰ ਚੁਣਿਆ ਗਿਆ, ਹੈ ਨਾ, ਕਿੰਨੇ ਮੈਂਬਰ ਨੇ? 7 ਲੋਕਾਂ ਨੂੰ ਚੁਣਿਆ ਗਿਆ, 7 ਮੈਂਬਰਸ ਨੇ ਇਹਦੇ ਵਿੱਚ, ਔਰ ਸਾਰੇ ਹੀ ਹਾਈ ਪ੍ਰੋਫਾਈਲ ਜਿਹੜੇ ਹੈਗੇ ਨੇ, ਬਹੁਤ ਆਪਣੀ ਥਾਂ ਦੇ ਉੱਤੇ ਬਹੁਤ ਅੱਛੀ ਅਹਿਮੀਅਤ ਰੱਖਦੇ ਨੇ, ਅਤੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆਉਣਾ ਸਾਡੇ ਲਈ ਫ਼ਖਰ ਦੀ ਗੱਲ ਆ। ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਸ ਸਮੇਂ ਤੁਸੀਂ? ਬਿਲਕੁਲ ਤੁਸੀਂ ਠੀਕ ਕਿਹਾ। 2-4 ਦਿਨ ਦਾ ਜਦ ਤੱਕ ਕਿ ਫੇਸਬੁੱਕ ਦੇ ਵਿੱਚ ਕੁਝ ਕਸ਼ਮੀਰ ਤੋਂ ਇੱਕ ਚੈਨਲ, ਉਹਨਾਂ ਨੇ ਮੇਰੀ ਫੇਸਬੁੱਕ ਪ੍ਰੋਫਾਈਲ ਦੇ ਵਿੱਚੋਂ ਕੱਢ ਕੇ ਅਤੇ ਮੈਨੂੰ ਕੰਗਰੈਚੁਲੇਸ਼ਨ ਦਾ ਮੈਸੇਜ ਇੱਕ ਵਾਇਰਲ ਕੀਤਾ, ਅਤੇ ਮੈਨੂੰ ਹਰ ਜਗ੍ਹਾ ਤੋਂ, ਕਸ਼ਮੀਰ ਤੋਂ, ਜੰਮੂ ਤੋਂ, ਬਾਹਰੋਂ ਵੀ, ਬਾਹਰ ਸਟੇਟਾਂ ਤੋਂ ਮੁਬਾਰਕਬਾਦ ਮਿਲੀ ਇਸ ਗੱਲ ਦੀ। ਅਤੇ ਬਾਕੀ ਆਪਣੇ ਆਪ 'ਚ ਖੁਸ਼ੀ ਵੀ ਹੁੰਦੀ ਹੈ ਜੀ, ਕਿਉਂਕਿ ਸਾਡੀਆਂ ਸਰਵਿਸਿਜ਼ ਜੋ ਪਿਛਲੇ 8-10 ਸਾਲ ਤੋਂ ਮੈਂ ਕੰਮ ਕਰ ਰਿਹਾ, ਸੋਸ਼ਲ ਫੀਲਡ 'ਚ ਕਰ ਰਿਹਾ, ਆਪਣੀ ਕਮਿਊਨਿਟੀ ਲਈ ਅਗਰ ਕੁਝ ਕਰ ਰਹੇ ਹਾਂ, ਅਤੇ ਕੁਝ ਸਟੇਟ ਗੌਰਮੈਂਟ ਨੇ ਵੀ ਰਿਕੋਗਨੀਸ਼ਨ ਦਿੱਤੀ ਹੈ ਸਾਨੂੰ। ਪਰ ਇਹ ਕੰਮ ਕਰਨ ਵਾਲੇ ਲੋਕਾਂ ਦੀ ਕਿਤੇ ਨਾ ਕਿਤੇ ਕਦਰ ਹੁੰਦੀ ਹੈ, ਉਹਨਾਂ ਨੂੰ ਡਿਊ ਰਿਕੋਗਨੀਸ਼ਨ ਮਿਲਦੀ ਹੈ। ਤਾਂ ਇਹ ਹੁਣ ਲੇਟੈਸਟ ਜੋ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਸਟੇਟ ਸੈਂਟਰ ਦਾ, ਜਿਸ ਅਸੀਂ ਕਹਿੰਦੇ ਹਾਂ ਆਡਿਟ, AG ਆਫਿਸ ਜਿਸ ਤਰ੍ਹਾਂ ਕਹਿੰਦੇ ਹਾਂ, ਨਹਿਰ 'ਤੇ ਸਾਡਾ ਇੱਕ AG ਆਫਿਸ ਹੈ, ਇਹ ਸੈਂਟਰ ਦਾ ਗੌਰਮੈਂਟ ਆਫ ਇੰਡੀਆ ਦਾ ਇੰਡੀਅਨ ਅਕਾਊਂਟਸ ਦਾ ਡਿਪਾਰਟਮੈਂਟ ਹੈ, ਉਹਦਾ ਜੋ ਸਟੇਟ ਦਾ ਇੱਥੇ ਹੈ, ਉਹਨਾਂ ਨੇ ਇੱਥੇ ਇੱਕ ਹਰ ਸਟੇਟਾਂ ਦੇ ਵਿੱਚ ਐਡਵਾਈਜ਼ਰੀ ਬੋਰਡ ਬਣਾਇਆ ਜਾਂਦਾ, ਸਟੇਟ ਆਡਿਟ ਐਡਵਾਈਜ਼ਰੀ ਬੋਰਡ ਹੁੰਦਾ ਹੈ ਜੀ। ਉਹਦਾ ਮਕਸਦ ਇਹ ਹੁੰਦਾ ਕਿ ਅਗਰ ਉਹਦੀ ਪਿਛਲੀ ਡਿਟੇਲ ਦੇਖੀ ਤਾਂ ਉਹਦੇ ਸਾਰੇ ਹੀ ਤਕਰੀਬਨ ਬਿਊਰੋਕਰੇਟਸ ਹੁੰਦੇ ਹਨ, ਅਲੱਗ-ਅਲੱਗ IPS ਅਫਸਰ ਹੁੰਦੇ ਹਨ ਜੀ, ਔਰ ਕੋਈ ਜਰਨਲਿਸਟ ਹੁੰਦੇ ਹਨ, ਪਰ ਨਾਲੇਜੇਬਲ ਔਰ ਐਕਸਪੀਰੀਅੰਸ ਲੋਕਾਂ ਨੂੰ ਉਹਦੇ 'ਚ ਇਨਵੋਲਵ ਕੀਤਾ ਜਾਂਦਾ ਹੈ। ਉਹਦਾ ਪਰਪਸ ਇਹ ਹੁੰਦਾ ਜਸਟ ਟੂ ਐਨਹਾਂਸ ਦਾ ਇਫੈਕਟਿਵਨੈਸ ਆਫ ਆਡਿਟ, ਕਿਉਂਕਿ ਅਸੀਂ ਦੇਖਦੇ ਹਾਂ ਆਡਿਟ ਦੀ ਰਿਪੋਰਟ ਹਰ ਸਾਲ ਪਾਰਲੀਮੈਂਟ ਵਿੱਚ ਟੇਬਲ ਕੀਤੀ ਜਾਂਦੀ ਹੈ। ਉੱਥੇ ਜੋ ਹਰ ਡਿਪਾਰਟਮੈਂਟ ਕੋਈ ਪਰਚੇਸਿੰਗ ਕਰਦਾ ਹੈ, ਕੋਈ ਟੈਂਡਰਿੰਗ ਸਿਸਟਮ ਕਰਦਾ ਹੈ, ਫਾਈਨੈਂਸ ਨੂੰ ਡੀਲ ਕਰਦਾ ਹੈ, ਅਤੇ ਆਡਿਟ ਵਾਲੇ ਹਰ ਸਾਲ ਆਡਿਟ ਕਰਦੇ ਹਨ। ਆਡਿਟ ਕਰਕੇ ਉਹ ਦਿਖਦੇ ਹਨ ਕਿੱਥੇ ਕੋਈ ਕੁਤਾਹੀਆਂ ਕੀਤੀਆਂ ਗਈਆਂ, ਕਿੱਥੇ ਕੋਈ ਡੈਲੀਗੇਸ਼ਨ ਆਫ ਫਾਈਨੈਂਸ਼ੀਅਲ ਪਾਵਰਸ ਦੀ ਕਿਤੇ ਨਾ ਅਗਰ ਕੋਈ ਵਾਇਲੇਸ਼ਨ ਕੀਤੀ ਗਈ ਹੈ, ਤਾਂ ਆਡਿਟ ਵਾਲੇ ਜਾ ਕੇ ਉੱਥੇ ਉਹਦੇ ਪੈਰੇ ਬਣਾਉਂਦੇ ਹਨ, ਅਲੱਗ-ਅਲੱਗ ਓਬਜੈਕਸ਼ਨਾਂ ਬਣਾਉਂਦੇ ਹਨ, ਫਿਰ ਉਹ ਉੱਪਰ ਜਾਂਦੀਆਂ ਹਨ, ਅਤੇ ਉਹ ਸਰਕਾਰ ਉਹਨਾਂ ਦੇ ਖਿਲਾਫ ਦੇਖਦੀ ਹੈ ਵੀ ਇਹ ਵਾਇਲੇਸ਼ਨ ਕਿਉਂ ਹੋਈ। ਕਈਆਂ ਦੇ ਖਿਲਾਫ ਐਕਸ਼ਨ ਵੀ ਇਨੀਸ਼ੀਏਟ ਕੀਤਾ ਜਾਂਦਾ ਹੈ। ਤਾਂ ਪੂਰੇ ਇੱਕ ਹੈਲਥ ਦਾ ਅਲੱਗ ਕਰਦੇ ਹਨ, ਐਜੂਕੇਸ਼ਨ ਦਾ ਅਲੱਗ ਕਰਦੇ ਹਨ, ਰੈਵਨਿਊ ਡਿਪਾਰਟਮੈਂਟ ਦਾ ਕਰਦੇ ਹਨ। ਇਸ ਤਰ੍ਹਾਂ ਹਰ ਡਿਪਾਰਟਮੈਂਟ ਦਾ ਆਡਿਟ ਕੀਤਾ ਜਾਂਦਾ ਹੈ, ਤਾਂ ਉਹਦੀ ਰਿਪੋਰਟ ਜੋ ਹੈ ਪਾਰਲੀਮੈਂਟ ਦੇ ਟੇਬਲ ਕੀਤੀ ਜਾਂਦੀ ਹੈ। ਅਤੇ ਜਿਸ ਤਰ੍ਹਾਂ ਪਿੱਛੇ ਵੀ ਸਾਨੂੰ ਇੱਥੇ ਪਤਾ ਚੱਲਿਆ ਸੀ ਕਿ ਉਹ ਦੇਖਦੇ ਹਨ ਕਿ ਅਗਰ ਮੈਡੀਕਲ ਡਿਪਾਰਟਮੈਂਟ ਦਾ ਆਡਿਟ ਕੀਤਾ ਗਿਆ ਹੈ, ਇਹਨਾਂ ਨੇ ਕਿਹੜੀ ਮਸ਼ੀਨਰੀ ਪਰਚੇਜ਼ ਕੀਤੀ ਹੈ, ਕਿਆ ਅਗਰ ਮਸ਼ੀਨਰੀ ਪਰਚੇਜ਼ ਕੀਤੀ, ਕਿਆ ਟੈਂਡਰ ਪ੍ਰੋਪਰ ਕੀਤੇ ਗਏ, ਨਹੀਂ ਕੀਤੇ ਗਏ, ਕਿਆ ਅਗਰ ਮਸ਼ੀਨਰੀ ਪਰਚੇਜ਼ ਕੀਤੀ, ਕਿਆ ਉਹਦੀ ਜ਼ਰੂਰਤ ਹੈ ਸੀ, ਨਹੀਂ ਸੀ। ਔਰ ਪਿਛਲੀ ਵਾਰੀ ਆਡਿਟ ਨੇ ਜਦ ਪਾਰਲੀਮੈਂਟ ਵਿੱਚ ਪੇਸ਼ ਕੀਤਾ, ਉਹਦੇ 'ਚ ਇਹ ਵੀ ਕਿਹਾ ਗਿਆ ਵੀ ਕਰੋੜਾਂ ਦੀ ਮਸ਼ੀਨਰੀ ਐਸੀ ਹੈ ਜਿਹੜੀ ਇਹਨਾਂ ਨੇ ਪਰਚੇਜ਼ ਤਾਂ ਕੀਤੀ, ਲੇਕਿਨ ਉਹਦੀ ਕੋਈ ਜ਼ਰੂਰਤ ਨਹੀਂ ਸੀ, ਉਹਦੀ ਕੋਈ ਰੈਲੀਵੈਂਸ ਨਹੀਂ ਸੀ, ਤਾਂ ਅੱਜ ਤੱਕ ਅੰਦਰ ਪੈਕ ਪਈਆਂ ਹਨ। ਸੋ ਆਡਿਟ ਜਨਰਲ ਦਾ ਇਹ ਕੰਮ ਹੁੰਦਾ ਹੈ, ਉਹ ਕਰਕੇ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਣਾ, ਭਈ ਇਹ ਐਸੀਆਂ ਚੀਜ਼ਾਂ ਕਿਉਂ ਹੋਈਆਂ, ਤਾਂ ਕਿ ਦੁਬਾਰਾ ਐਸਾ ਨਾ ਹੋਵੇ।
ਇਸ ਵਾਰੀ ਅਗਰ ਕਿਸੇ ਨੇ ਵਾਇਲੇਸ਼ਨ ਕੀਤੀ ਹੈ, ਆਇੰਦਾ ਦੁਬਾਰਾ ਕੋਈ ਐਸੀ ਵਾਇਲੇਸ਼ਨ ਨਾ ਕਰੇ। ਸੋ ਇਹ ਵੋਟ ਹੁੰਦਾ ਸਟੇਟ ਦਾ 2 ਸਾਲ ਦੇ ਲਈ ਇਹਦੀ ਮੈਂਬਰਸ਼ਿਪ ਦਿੱਤੀ ਜਾਂਦੀ ਹੈ ਅਤੇ ਉਹਦੇ ਵਿੱਚ ਸੁਜੈਸ਼ਨ ਲਈਆਂ ਜਾਂਦੀਆਂ। ਕਿਉਂਕਿ ਮੈਂ ਜਦ ਮੇਰੀ ਉਹਨਾਂ ਨੇ ਪ੍ਰੋਫਾਈਲ ਪੁੱਛੀ ਅਤੇ ਮੇਰੀ ਪ੍ਰੋਫਾਈਲ ਸਭ ਤੋਂ ਵੱਡੀ ਕੀ ਸੀ, ਮੈਂ ਸਟੇਟ ਦੇ ਵਿੱਚ 1200 ਕਰੋੜ ਦਾ ਸੇਲ ਟੈਕਸ ਦਾ ਸਕੈਮ ਕੱਢਿਆ ਸੀ। ਇਹਦੇ ਇਲਾਵਾ ਹੋਰ ਮੇਰੀ ਅਸੀਂ RTI ਦੀ ਬਹੁਤ ਵੱਡੀ ਐਕਸਪੋਜ਼ੀ ਸਨ, ਉਹ ਜਦ ਉੱਥੇ ਭੇਜੀਆਂ ਅਤੇ ਉਹਨਾਂ ਨੇ ਦੇਖ ਕੇ ਉਸ ਚੀਜ਼ ਨੂੰ ਕੰਸੀਡਰ ਕੀਤਾ ਵੀ ਐਸੇ ਸ਼ਖਸ ਦੀ ਜ਼ਰੂਰਤ ਹੈ ਕਿ ਆ ਕੇ ਸਾਨੂੰ ਇੱਥੇ ਥੋੜ੍ਹੇ ਜਿਹੇ ਕੁਛ ਆਪਣੀ ਸੁਜੈਸ਼ਨ ਦੇਣ ਤਾਂ ਕਿ ਇਸ ਨੂੰ ਹੋਰ ਅੱਛੇ ਤਰੀਕੇ ਨਾਲ ਆਡਿਟ ਕਿਸ ਤਰ੍ਹਾਂ ਕੀਤਾ ਜਾ ਸਕੇ। ਤਾਂ ਮੈਂ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਮੈਨੂੰ ਇਸ ਜਗ੍ਹਾ 'ਤੇ ਮੁਕਾਮ ਮਿਲਿਆ ਔਰ ਮੇਰੇ ਕੰਮਾਂ ਨੂੰ ਰਿਕੋਗਨਾਈਜ਼ ਕੀਤਾ ਗਿਆ ਅਤੇ ਸੈਂਟਰ ਦੇ ਡਿਪਾਰਟਮੈਂਟ ਦੇ ਵਿੱਚ ਕਿਸੇ ਦੇ ਵਿੱਚ ਜਗ੍ਹਾ ਮਿਲਣੀ ਤੁਹਾਨੂੰ, ਇਹ ਆਪਣੇ ਆਪ ਦੇ ਵਿੱਚ ਇੱਕ ਫਖਰ ਵਾਲੀ ਗੱਲ ਹੈ। ਬਿਲਕੁਲ, ਜਿੱਦਾਂ ਅਸੀਂ ਨਾ ਪਿੱਛੇ ਤਸਵੀਰਾਂ ਵੀ ਵੇਖ ਰਹੇ ਹਾਂ, ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਇਹਨਾਂ ਤਸਵੀਰਾਂ ਦੇ ਵਿੱਚ, ਤਾਂ ਕਿਆ ਤੁਸੀਂ ਇਹਨਾਂ ਸਨਮਾਨਾਂ ਦੇ ਬਾਰੇ ਦੇ ਵਿੱਚ ਵੀ ਥੋੜ੍ਹਾ ਕੀ ਅਵਾਰਡ ਤੁਹਾਨੂੰ? ਦੇਖੋ, ਮੈਂ ਇਸ ਤੋਂ ਇਲਾਵਾ ਮੈਂ ਇੱਕ ਹਿੰਦੁਸਤਾਨ 'ਚ ਇੱਕ ਬੜੀ ਵੱਡੀ ਆਰਗੇਨਾਈਜੇਸ਼ਨ ਹੈ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ, ADR, ਜੋ ਇਲੈਕਸ਼ਨਾਂ ਦੇ ਡਿਊਰਿੰਗ ਇਲੈਕਸ਼ਨ ਅਸੀਂ ਵੋਟਰ ਅਵੇਅਰਨੈਸਿਸ ਕਰਦੇ ਹਾਂ ਔਰ ਜਿਹੜੇ ਪਾਰਟੀਸਪੈਂਟ ਜਿਹੜੇ ਇਲੈਕਸ਼ਨ ਲੜ ਰਹੇ ਹੁੰਦੇ ਹਨ ਉਹਨਾਂ ਦਾ ਪੂਰਾ ਡਾਟਾ ਰੱਖਦੇ ਹਾਂ। ਅਸੀਂ ਇਲੈਕਸ਼ਨ ਤੋਂ 10 ਦਿਨ ਪਹਿਲਾਂ ਅਸੀਂ ਉਸ ਕੈਂਡੀਡੇਟ ਦਾ ਪੂਰਾ ਡਾਟਾ ਪਬਲਿਕ ਡੋਮੇਨ 'ਚ ਰੱਖਦੇ ਹਾਂ ਭਈ ਇਸ ਕੈਂਡੀਡੇਟ ਜਦ ਅਗਰ ਪਹਿਲੇ ਇਲੈਕਸ਼ਨ ਲੜੀ ਸੀ ਤਾਂ ਇਹਦੀ ਅਸੈਟਸ ਕਿਤਨੇ ਸਨ ਅਤੇ 5 ਸਾਲਾਂ ਦੇ ਵਿੱਚ ਕਿਤਨੇ ਵੱਧ ਗਏ। ਕਿਉਂਕਿ ਅਮੂਮਨ ਇਹ ਗੱਲਾਂ ਤੁਸੀਂ ਦੇਖੀਆਂ ਹੋਣਗੀਆਂ ਭਈ ਅਗਰ ਕਿਸੇ ਕੋਲ ਪਹਿਲੇ 5 ਕਰੋੜ ਸੀ ਤਾਂ ਜਦ ਇਲੈਕਸ਼ਨ ਲੜ 5 ਸਾਲ ਦਾ ਟੈਨੂਰ ਕੱਟਣ ਦੇ ਬਾਅਦ ਅਗਲੀ ਵਾਰੀ ਇਲੈਕਸ਼ਨ ਆਈ ਤਾਂ ਉਹਦੇ ਕੋਲ 50 ਕਰੋੜ ਹੋ ਗਿਆ। ਤਾਂ ਇਹ ਚੀਜ਼ਾਂ ਅਸੀਂ ਪਬਲਿਕ ਡੋਮੇਨ 'ਚ ਰੱਖਦੇ ਹਾਂ। ਇਹਦੀ ਅਗਰ ਕੋਈ ਕ੍ਰਿਮੀਨਲ ਬੈਕਗਰਾਊਂਡ ਤਾਂ ਨਹੀਂ ਹੈ, ਇਹਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਕਿਤਨੀ ਹੈ, ਸਿਰਫ ਅਸੀਂ ਸਾਡਾ ਕੰਮ ਹੁੰਦਾ ਲੋਕਾਂ ਨੂੰ ਅਵੇਅਰ ਕਰਨਾ ਭਈ ਅਗਰ ਇਹ 6 ਕੈਂਡੀਡੇਟ ਜਾਂ 7 ਕੈਂਡੀਡੇਟ ਹਨ, ਇਸ ਦੀ ਕੁਆਲੀਫਿਕੇਸ਼ਨ ਇਹ ਹੈ, ਇਸ ਦੀ ਇਹ ਹੈ, ਤਾਂ ਕਿ ਪਬਲਿਕ ਡਿਸਾਈਡ ਕਰੇ ਵੀ ਕਿਸ ਨੂੰ ਵੋਟ ਪਾਉਣਾ। ਉਹ ਕੰਮ ਮੈਂ ਸਟੇਟ ਦਾ ਹੈੱਡ ਹਾਂ ਉਹਦਾ। ਅਤੇ 2015 ਦੇ ਵਿੱਚ ਮੈਂ ਕਾਫੀ ਕੰਮ ਕੀਤਾ ਜੰਮੂ ਦੇ ਵਿੱਚ ਵੋਟਰ ਅਵੇਅਰਨੈਸ ਦਾ। ਕਾਫੀ ਅਸੀਂ ਆਟੋਜ਼ ਰੈਲੀਆਂ ਕੱਢੀਆਂ, ਜਗ੍ਹਾ ਜਗ੍ਹਾ ਵੋਟਰ ਅਵੇਅਰਨੈਸ, ਕਾਲਜਾਂ ਸਕੂਲਾਂ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਭਾਈ ਘਰੋਂ ਨਿਕਲ ਕੇ ਵੋਟ ਜ਼ਰੂਰ ਪਾਉਣੀ ਹੈ, ਕਿਉਂਕਿ ਤੁਹਾਡੀ ਇੱਕ ਵੋਟ ਹੀ ਡਿਸਾਈਡ ਕਰ ਸਕਦੀ ਹੈ ਕਈ ਵਾਰੀ ਭਈ ਇਹ ਸ਼ਖਸ ਤੁਹਾਡੀ ਮਰਜ਼ੀ ਦਾ ਆਉਣਾ ਚਾਹੀਦਾ, ਅੱਛਾ ਕੈਂਡੀਡੇਟ ਅੱਗੇ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ। ਕਈ ਵਾਰੀ ਇੱਕ ਵੋਟ ਦੇ ਨਾਲ ਸਰਕਾਰ ਟਿਕ ਜਾਂਦੀ ਹੈ। ਅਸੀਂ ਆਪਣੀ ਵੋਟ ਦੀ ਅਹਿਮੀਅਤ ਨਹੀਂ ਸਮਝਦੇ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਇਸ ਵੋਟ ਵਾਲੇ ਦਿਨ ਜ਼ਰੂਰ ਘਰੋਂ ਨਿਕਲਿਆ ਕਰੋ, ਇਹਨੂੰ ਛੁੱਟੀ ਦਾ ਦਿਨ ਨਾ ਸਮਝਿਆ ਕਰੋ। ਬੜਾ ਕੀਮਤੀ ਹੈ ਵੋਟ ਤੁਹਾਡਾ, ਤੁਹਾਡੀ ਵੋਟ ਦੇ ਨਾਲ ਹੀ ਸਰਕਾਰਾਂ ਬਣਦੀਆਂ। ਤਾਂ ਉਹ ਮੇਰੀ ਉਸ ਅਵੇਅਰਨੈਸ ਦੇ ਨਾਲ 2015 ਵਿੱਚ ਵੀ ਮੈਨੂੰ ਸਟੇਟ ਅਵਾਰਡ ਮਿਲਿਆ ਸੀ। ਇਹ ਚੀਫ ਇਲੈਕਟਰਲ ਅਫਸਰ ਤੁਸੀਂ ਦੇਖ ਰਹੇ ਹੋ ਪਿੱਛੇ, ਚੀਫ ਇਲੈਕਟਰਲ ਅਫਸਰ, ਤਾਂ ਇਹਨਾਂ ਦੀ ਤਰਫੋਂ ਮੈਨੂੰ ਸਟੇਟ ਦੀ ਤਰਫੋਂ ਰਿਕੋਗਨਾਈਜ਼ ਮਿਲੀ ਸੀ ਭਾਈ ਵੋਟਰ ਅਵੇਅਰਨੈਸ ਕਰਕੇ ਮੈਨੂੰ ਇਹ ਵੀ ਅਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਹੋਰ ਕਈ ਆਪਣੇ ਡਿਪਟੀ ਕਮਿਸ਼ਨਰ ਸਾਹਿਬਾਂ ਕੋਲੋਂ ਉਹ ਡਿਸਟ੍ਰਿਕਟ ਲੈਵਲਾਂ 'ਤੇ ਕਈ ਅਵਾਰਡ ਉਸ ਕਿਸਮ ਦੇ ਕਈ ਮਿਲੇ ਹਨ ਅਤੇ ਅੱਛਾ ਲੱਗਦਾ ਹੈ। ਅਗਰ ਅਸੀਂ ਕੰਮ ਕਰਦੇ ਹਾਂ ਅਤੇ ਇਹਨੇ ਕਿ ਅਸੀਂ ਅਗਰ ਅਵਾਰਡ ਨਹੀਂ ਮਿਲਣਗੇ ਕੰਮ ਛੱਡ ਦਿਆਂਗੇ, ਅਸੀਂ ਕੰਮ ਕਰਾਂਗੇ, ਲੇਕਿਨ ਇੱਕ ਪਾਵਰ ਮਿਲਦੀ ਹੈ, ਉਹਦੇ ਬਾਅਦ ਇਨਕਰੇਜਮੈਂਟ ਮਿਲਦੀ ਹੈ, ਹਿੰਮਤ ਹੁੰਦੀ ਹੈ, ਹੌਸਲਾ ਹੁੰਦਾ ਭਾਈ ਨਹੀਂ ਸਾਨੂੰ ਕੋਈ ਦੇਖ ਰਿਹਾ ਹੈ, ਸਾਨੂੰ ਕੋਈ ਵਾਚ ਕਰ ਰਿਹਾ ਹੈ, ਅਸੀਂ ਅਗਰ ਹੋਰ ਅੱਛਾ ਕੰਮ ਕਰਾਂਗੇ ਤਾਂ ਆਪਣੇ ਸਮਾਜ ਦੇ ਲਈ, ਆਪਣੀ ਸੁਸਾਇਟੀ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਖਾਸ ਕਰਕੇ ਹੋਰ ਅੱਛੇ ਕੰਮ ਕਰੀਏ ਤਾਂ ਕਿ ਸਾਡੀ ਕਮਿਊਨਿਟੀ ਨੂੰ ਸਾਡਾ ਫਾਇਦਾ ਹੋਵੇ, ਸਾਡੇ ਸਮਾਜ ਨੂੰ ਸਾਡਾ ਕੁਝ ਫਾਇਦਾ ਹੋਵੇ, ਅਸੀਂ ਸਮਾਜ ਦੇ ਲਈ ਕੁਝ ਕਰ ਸਕੀਏ। ਕਿਉਂਕਿ ਅਗਰ ਆਏ ਹਾਂ ਤਾਂ ਮੈਂ ਸਮਝਦਾ ਆਪਣਾ ਕੰਮ ਤਾਂ ਹਰ ਕੋਈ ਕਰ ਲੈਂਦਾ ਹੈ। ਉਹ ਤਾਂ ਫਿਰ ਪਸ਼ੂ ਪ੍ਰਵਿਰਤੀ ਹੋ ਗਈ ਤਾਂ ਇੱਕ ਇਨਸਾਨ ਦੀ ਪ੍ਰਵਿਰਤੀ ਹੁੰਦੀ ਹੈ। ਪਸ਼ੂ ਸਿਰਫ ਆਪਣੇ ਲਈ ਸੋਚਦਾ ਹੈ, ਇਨਸਾਨ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਦੱਸਿਆ ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ, ਇਹ ਸਾਡੀ ਬੇਸਿਕ 3 ਪ੍ਰਿੰਸੀਪਲ ਸਿੱਖੀਜ਼ਮ ਦੇ, ਤਾਂ ਅਸੀਂ ਉਹਨਾਂ ਸਿਧਾਂਤਾਂ 'ਤੇ ਚੱਲਦੇ ਹਾਂ। ਅਗਰ ਸਾਡੇ ਕੋਲ ਕੋਈ ਐਸੀ ਨੌਲੇਜ ਹੈ, ਕੋਸ਼ਿਸ਼ ਕਰਦੇ ਹਾਂ ਸਾਡੀ ਕਮਿਊਨਿਟੀ ਨੂੰ ਦਾ ਕੋਈ ਫਾਇਦਾ ਹੋਏ, ਸਾਡੇ ਸਮਾਜ ਨੂੰ ਦਾ ਕੋਈ ਫਾਇਦਾ ਹੋਏ, ਅਸੀਂ ਸਮਾਜ ਦੇ ਲਈ ਕੁਝ ਕਰ ਸਕੀਏ, ਕਮਿਊਨਿਟੀ ਦੇ ਲਈ ਕੁਝ ਕਰ ਸਕੀਏ, ਤਾਂ ਇਸ ਤੋਂ ਵੱਡੀ ਫਖਰ ਦੀ ਕੋਈ ਗੱਲ ਨਹੀਂ ਹੁੰਦੀ। ਔਰ ਫਿਰ ਜਦ ਉਸਨੂੰ ਰਿਕੋਗਨੀਸ਼ਨ ਮਿਲਦੀ ਹੈ ਫਿਰ ਹੋਰ ਮੋਟੀਵੇਸ਼ਨ ਮਿਲਦੀ ਹੈ, ਦਿਲ ਕਰਦਾ ਅੱਗੇ ਤੋਂ ਵੱਧ ਚੜ੍ਹ ਕੇ ਹੋਰ ਜ਼ਿਆਦਾ ਕੰਮ ਕਰੀਏ। ਤਾਂ ਅਸੀਂ ਔਰ ਬਾਕੀ ਤੁਹਾਡੇ ਤਰਫੋਂ ਮੀਡੀਆ ਵਾਲਿਆਂ ਤਰਫੋਂ ਜਦੋਂ ਸਾਨੂੰ ਅਲੱਗ-ਅਲੱਗ ਥਾਵਾਂ ਤੋਂ ਐਪਰੀਸੀਏਸ਼ਨ ਮਿਲਦੀ ਹੈ ਅਤੇ ਲੋਕ ਪਬਲਿਕ ਡੋਮੇਨ 'ਚ ਤੁਸੀਂ ਸਾਡੀਆਂ ਚੀਜ਼ਾਂ ਰੱਖਦੇ ਹੋ, ਅੱਛਾ ਲੱਗਦਾ, ਤਾਕਤ ਮਿਲਦੀ ਹੈ। ਔਰ ਮੈਂ ਤੁਹਾਨੂੰ ਵੀ ਆਸ਼ਵਾਸਨ ਦਿੰਦਾ, ਕੋਸ਼ਿਸ਼ ਕਰਾਂਗੇ ਵੱਧ ਚੜ੍ਹ ਕੇ ਹੋਰ ਅੱਛੇ ਕੰਮ ਕਰੀਏ ਤਾਂ ਕਿ ਆਪਣੀ ਕੌਮ ਦਾ ਨਾਂ ਅੱਛੇ ਲੈਵਲ 'ਤੇ ਪਹੁੰਚਾ ਸਕੀਏ, ਕੌਮ ਨੂੰ ਵੀ ਫਖਰ ਹੋ ਸਕੇ ਭਈ ਅਗਰ ਜੰਮੂ 'ਚ ਕੋਈ ਕੰਮ ਕਰਦਾ ਹੈ ਔਰ ਅੱਛੇ ਲੈਵਲ 'ਚ ਕੰਮ ਕਰਦਾ ਹੈ, ਕੌਮ ਨੂੰ ਵੀ ਮੈਂ ਸਮਝਦਾ ਕੌਮ ਨੂੰ ਵੀ ਫਖਰ ਹੁੰਦਾ ਜਾਂ ਆਪਣੀ ਕਮਿਊਨਿਟੀ ਦਾ ਕੋਈ ਸ਼ਖਸ ਕੰਮ ਕਰਦਾ ਹੈ ਅਤੇ ਕੌਮ ਨੂੰ ਬੜੀਆਂ ਮੁਬਾਰਕਾਂ ਮੈਨੂੰ ਆਉਂਦੀਆਂ, ਬੜੇ ਅੱਛੇ ਬਜ਼ੁਰਗਾਂ ਦੀਆਂ ਮੈਨੂੰ ਮੁਬਾਰਕਾਂ ਆਈਆਂ ਅਤੇ ਸਾਰਿਆਂ ਨੂੰ ਦਿਲ ਖੁਸ਼ ਹੁੰਦਾ ਹੈ ਕੋਈ ਅੱਛਾ ਕੰਮ ਕਰੇ। ਜੀ ਬਿਲਕੁਲ, ਕਿਉਂਕਿ ਨਾ ਜਦੋਂ ਮੈਂ ਇਹ ਲਿਸਟ ਮੇਰੇ ਹੱਥ ਦੇ ਵਿੱਚ ਹੀ ਹੈ ਔਰ ਇਸ ਲਿਸਟ ਦੇ ਵਿੱਚ ਜਦੋਂ ਮੈਂ ਨਾਮ ਪੜ੍ਹਿਆ ਕਿ ਇੱਕ ਨਾਮ ਦੇ ਪਿੱਛੇ ਬਲਵਿੰਦਰ ਸਿੰਘ ਲੱਗ ਰਿਹਾ, ਅਤੇ ਬਿਲਕੁਲ ਮੈਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਕਿਹਾ ਕਿ ਸਿਰਫ ਤੁਸੀਂ ਵਧਾਈ ਦੇ ਪਾਤਰ ਨਹੀਂ ਹੋ, ਅਸੀਂ ਵੀ ਵਧਾਈ ਦੇ ਪਾਤਰ ਹੈ, ਜੰਮੂ ਕਸ਼ਮੀਰ ਦੀ ਸਾਰੀ ਸਿੱਖ ਸੰਗਤ ਵਧਾਈ ਦੀ ਪਾਤਰ ਹੈ। ਅਤੇ ਨਾਲ ਵੀਰ ਜੀ ਗੱਲ ਕੀਤੀ ਜਾਵੇ ਕਿ ਮਤਲਬ ਕਿ ਹੁਣ ਜਿੱਦਾਂ ਤੁਸੀਂ RTI ਐਕਟੀਵਿਸਟ ਹੋ ਨਾ, ਸਮਾਜਿਕ ਕਾਰਕੁਨ ਵੀ ਹੋ, ਇਹ ਇੱਦਾਂ ਦਾ ਕਿੰਨਾ ਹੋ ਸਕਦਾ ਕਿ ਬਹੁਤ ਸਾਰੇ ਇਹੋ ਜਿਹੇ RTI ਐਕਟੀਵਿਸਟ ਸਾਡੇ ਵਿੱਚ ਪੈਦਾ ਹੋ ਸਕਦੇ ਨੇ ਜੇਕਰ ਅਸੀਂ ਅਵੇਅਰ ਹੋ ਜਾਈਏ। ਲੇਕਿਨ ਬਹੁਤੇ ਤੌਰ 'ਤੇ ਅਸੀਂ ਪਤਾ ਕੀ ਸੋਚਦੇ ਹਾਂ ਕਿ ਮੇਰੇ ਇੱਕ ਜਾਣੇ ਦੇ ਕਹਿਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈ ਚੱਲਿਆ, ਮੇਰੇ ਇੱਕ ਜਾਣੇ ਦੇ ਬੋਲਣ ਨਾਲ ਕੀ ਫਰਕ ਪੈ ਜਾਏਗਾ। ਲੇਕਿਨ ਤੁਸੀਂ ਵੀ ਤਾਂ ਕਿੰਨੇ ਸਮੇਂ ਤੋਂ ਬੋਲ ਰਹੇ ਹੋ ਨਾ, ਫਰਕ ਪੈਂਦਾ ਕਿਤੇ ਨਾ ਕਿਤੇ ਜਾ ਕੇ, ਮਤਲਬ ਕਹਿੰਦੇ ਨੇ ਆਵਾਜ਼ ਕੰਨਾਂ ਤੱਕ ਪਹੁੰਚਦੀ ਔਰ ਗੂੰਜਦੀ ਵੀ ਜ਼ਰੂਰ ਹੈ। ਅਤੇ ਕਿੰਨਾ ਜ਼ਰੂਰੀ ਹੈ ਹਰ ਇੱਕ ਨੂੰ ਅਵੇਅਰ ਹੋਣਾ ਇਸ ਸਮੇਂ। ਦੇਖੋ ਮੈਂ ਸਮਝਦਾ ਸਭ ਤੋਂ ਵੱਡੀ ਗੱਲ ਲੋਕੀ, ਤੁਸੀਂ ਬਿਲਕੁਲ ਠੀਕ ਕਿਹਾ, ਅਸੀਂ ਸੋਚਦੇ ਹਾਂ ਮੇਰੇ ਕਰਨ ਨਾਲ ਕੀ ਫਰਕ ਪਏਗਾ। ਨਹੀਂ, ਮੈਂ ਇਸ ਚੀਜ਼ ਨੂੰ ਝੂਠਾ ਸਾਬਤ ਕਰਨਾ ਬਿਲਕੁਲ, ਅਗਰ ਤੁਹਾਡੇ ਡਿਟਰਮੀਨੇਸ਼ਨ ਹੈ
ਤੁਹਾਡੀ ਵਿਲ ਪਾਵਰ ਹੈ, ਬਿਲਕੁਲ ਅਸੀਂ ਚੇਂਜ ਕਰ ਸਕਦੇ ਹਾਂ ਸਮਾਜ ਦੇ, ਅਸੀਂ ਬਹੁਤ ਚੇਂਜਸ ਲਿਆ ਸਕਦੇ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਬਹੁਤ ਵੱਡੀਆਂ ਵੱਡੀਆਂ ਅਚੀਵਮੈਂਟਾਂ ਮੇਰੀਆਂ ਹੋਈਆਂ ਆਰਟੀਏ ਦੇ ਨਾਲ। ਮੈਂ ਆਰਟੀਏ ਸਾਨੂੰ ਇੱਕ ਪਾਵਰਫੁਲ ਟੂਲ ਮਿਲਿਆ, ਕਿਉਂਕਿ ਜਦ ਤੱਕ ਅਗਰ ਅਸੀਂ ਕਿਤੇ ਕੋਈ ਸਮਾਜ ਦੇ ਵਿੱਚ ਕੋਈ ਚੇਂਜ ਲੈਣਾ ਚਾਹੁੰਦੇ ਨਾ, ਤੇ ਜਦ ਤੱਕ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ, ਜਾਂ ਅਗਰ ਕਰਪਸ਼ਨ ਦੂਰ ਕਰਨਾ ਚਾਹੁੰਦੇ ਹਾਂ, ਉਸ ਡਿਪਾਰਟਮੈਂਟ ਦੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ, ਅਸੀਂ ਕੁਛ ਨਹੀਂ ਸਾਂ ਕਰ ਸਕਦੇ। 2005 ਦੇ ਵਿੱਚ 2009 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਦ ਆਰਟੀਏ ਐਕਟ ਆਇਆ, ਮੈਂ ਇਹ 2-3 ਸਾਲ ਪਹਿਲੇ ਤੋਂ ਹੀ ਇੰਤਜ਼ਾਰ ਕਰ ਰਿਹਾ ਸੀ ਵੀ, ਕਿਉਂਕਿ ਸੈਂਟਰ ਗੌਰਮੈਂਟ ਦੇ ਵਿੱਚ ਸੈਂਟਰ ਡਿਪਾਰਟਮੈਂਟ ਵਿੱਚ 2005 'ਚ ਆ ਗਿਆ ਸੀ, ਜੰਮੂ ਦੇ ਵਿੱਚ 2009 'ਚ ਆਇਆ। ਮੈਂ ਇੰਤਜ਼ਾਰ ਕਰ ਰਿਹਾ ਸੀ ਕਦੋਂ ਸਾਨੂੰ ਇਹ ਇੱਕ ਇੰਪਾਰਟੈਂਟ ਟੂਲ ਮਿਲੇ ਅਤੇ ਮੈਂ ਇਸ ਚੀਜ਼ ਦਾ ਇਸਤੇਮਾਲ ਕਰਕੇ ਆਪਣੇ ਸਮਾਜ ਦੀ, ਆਪਣੀ ਕਮਿਊਨਿਟੀ ਦੀ ਸੇਵਾ ਕਰ ਸਕਾਂ ਔਰ ਕਰਪਸ਼ਨ ਫਰੀ ਸੁਸਾਇਟੀ ਦੇ ਸਕੀਏ। ਔਰ ਮੈਂ ਸਮਝਦਾ ਕਾਫੀ ਕੰਮ ਕੀਤਾ ਔਰ ਇਤਨੀ ਜ਼ਿਆਦਾ ਚੇਂਜਸ ਆਈਆਂ। ਮੈਂ ਆਪਣੇ ਖਾਸ ਕਰ ਨੌਜਵਾਨ ਵੀਰਾਂ ਨੂੰ ਜੋ ਇਹ ਗੱਲ ਕਹਿੰਦੇ ਹਨ ਕਿ ਤੁਹਾਡੇ ਕਰਨ ਦੇ ਨਾਲ ਕੀ ਹੋਏਗਾ, ਸਾਡੇ ਨੌਜਵਾਨ ਵੀਰੋ, ਮੇਰੀ ਇੱਕ ਆਰਟੀਏ ਦੇ ਨਾਲ ਲਗਾ ਕੇ ਜਦ ਮੈਂ ਡਾਟਾ ਕੱਢਿਆ, ਫਿਰ ਮੈਂ ਡਾਟਾ ਕੱਢ ਕੇ 1200 ਕਰੋੜ ਦਾ ਸੇਲ ਟੈਕਸ ਦਾ ਸਕੈਂਡਲ ਕੱਢਿਆ, ਕੱਢ ਕੇ ਮੈਂ ਹਾਈ ਕੋਰਟ 'ਚ ਲੈ ਗਿਆ। ਮੇਰੇ ਇੱਕ ਸਕੈਂਡਲ ਕੱਢਣ ਦੇ ਨਾਲ ਜਦ ਮੈਂ ਹਾਈ ਕੋਰਟ 'ਚ ਲੈ ਕੇ ਗਿਆ, 440 ਕਰੋੜ ਦੀ ਰਿਕਵਰੀ ਕੀਤੀ। ਮੈਂ 440 ਕਰੋੜ ਰੁਪਇਆ ਸਰਕਾਰ ਨੂੰ ਮੈਂ ਇਕੱਠਾ ਕਰਾ ਕੇ ਦਿੱਤਾ, ਅਤੇ ਇਹ ਬੜੀ ਵੱਡੀ ਅਚੀਵਮੈਂਟ ਹੈ। ਉਹਦੇ ਇਲਾਵਾ ਜੰਮੂ ਕਸ਼ਮੀਰ ਦੇ ਮੈਂ ਸਕੂਲਾਂ ਦੇ ਬਾਰੇ ਕੰਮ ਕੀਤਾ, ਕਿਉਂਕਿ ਤੁਸੀਂ ਦੇਖੋ ਕਿ ਜੰਮੂ 'ਚ ਕਈ ਸਕੂਲ ਐਸੇ ਸੀ ਜਿੱਥੇ 10 ਬੱਚੇ ਸੀ ਅਤੇ 25 ਟੀਚਰਾਂ ਸੀ, 8 ਬੱਚੇ ਸੀ ਉਦੋਂ 8 ਟੀਚਰ ਸੀ, ਅਤੇ ਮੈਂ ਪ੍ਰੋਪਰ ਉੱਥੇ ਪ੍ਰਪੋਰਸ਼ਨੇਟ ਨਹੀਂ ਸੀ, ਬਰਾਬਰ ਨਹੀਂ ਸੀ, ਜੋ ਇੱਕ ਰੇਸ਼ੀਓ ਹੋਣੀ ਚਾਹੀਦੀ ਹੈ ਟੀਚਰ ਪੋਪਲ ਦੀ, ਉਹ ਨਹੀਂ ਸੀ। ਉਹਦੇ 'ਤੇ ਮੈਂ ਡਾਟਾ ਕੱਢਿਆ। ਉਹ ਤੋਂ ਬਾਅਦ ਮੈਂ ਗਵਰਨਰ ਸਾਹਿਬ ਨੂੰ ਮਿਲਿਆ, ਵੋਰਾ ਸਾਹਿਬ ਨੂੰ, ਮੈਂ ਉਹ ਡਾਟਾ ਸ਼ੇਅਰ ਕੀਤਾ। ਉਹਨਾਂ ਨੇ ਡਾਇਰੈक्टर स्कूल एजुकेशन को फ़ोन किया, उस टाइम सिमरनदीप जी सन, उन्होंने कहा भाई इसके पास डाटा है, ये डाटा निकाल के इसके फ़ायदा तभी है अगर हम इसका इस्तेमाल करें। तो जब उन्होंने मैं मुलाकात की, मैं कंसर्न मिनिस्टर को मिलिया, डाटा दसिया, उन्होंने मेरे डाटे को लैके क्रॉस चैक करने लिए दोबारा नोटिफिकेशन कढ़ी, भाई सारे जम्मू कश्मीर के स्कूलों का डाटा दो। रमन जी जो डाटा आया 2 महीने के अंदर अंदर जम्मू कश्मीर के 4022 स्कूल वाइंड अप कर दिए गए। वाइंड अप मीन क्लब कर दिए गए। 1.5 किलोमीटर के अंदर अगर 3-3 4-4 स्कूल सन, उन्होंने क्लब के एक कर दिया गया, क्योंकि बच्चे घट सन। और वो एक बहुत वड्डी अचीवमेंट हुई, 4022 स्कूल बंद होया जिथे अननैसेसरी टीचर बैठे सन, वो उस तरह किए गए। एक और छोटी जी गल जम्मू वाले दस देंगा, तुसीं कहंदे हो चेंज नहीं होता, जम्मू के जितने भी तुसीं देखते हो, तो पार्क देखते हो जम्मू के, ग्रीन बेल्ट पार्क देखते हो, छन्नी देखते हो, इन्होंने तुसीं पहले देखा होगा इत्थे PSO सिक्योरिटी फोर्सिस के टेंट लगे होंदे सी, तो लेडीज़ का जाना बंद हो गया उत्थे, क्योंकि उन्होंने उत्थे वाशरूम भी उत्थे बना ले, तो उसके बाद लेडीज़ बच्चियों का जाना बंद हो गया। तो जब मैं पता किया भी ये कौन लोग बैठे हैं, पता चलता सी भाई जिसका घर सामने है, कोई VVIP है, कोई अगर MP है, कोई MLA है, या कोई और कोई CBI है, ये उन्होंने PSO इत्थे ठहरते हैं। तो मैं ये मैनू ये बड़ा अच्छा नहीं लग्या भाई लोग ये पब्लिक प्लेसिस हैं, इत्थे इन्होंने टेंट क्यों लगे हैं। तुसीं क्या पैट अपना अपने घर के रखते हो, बुलडॉग अपने घर के रखते हो, अंदर AC के रखते हो, PSOs नूं तुसीं बाहर पार्कों के गर्मी क्यों छड्ड दिता गया। उहदे मैं पूरा डाटा लिया, मेरे को डाटा आया कि 23 लोगों ने, जिहदे कुछ जजिज भी सन, बड़े बड़े अच्छे ब्यूरोक्रेट सन, सारे ही मर VVIP जिन्हें कह लो, उन्होंने पार्क सन। जब मैं डिटेल ली 22 लोग निकल के आए, 22 लोग निकल के आए, मैं पहले प्रेस कॉन्फ्रेंस की, सारे विद फोल्डेड हैंड रिक्वेस्ट की, भाई ये डाटा मेरे को आ गया, तुसीं अपने PSOs चुके अपने घर के रखो, अपने उत्थे जगह बनाओ, पब्लिक प्लेसिस के तुहानूं मैं टेंट लगा के नहीं बैठन देंगा, ਤੁਹਾਨੂੰ स्टेटस सिंबल चाहिए, ਤੁਹਾਨੂੰ PSOs चाहिए मुबारक है, लेकिन उन्होंने अपने घर के अंदर रखो, बाहर पब्लिक प्लेसिस से पार्क है, इतने ਤੁਹਾਨੂੰ नहीं बैठन देंगा। महीना 2 महीने वेट किया, 5-6 लोगों ने अपने टेंट चुक ले, जब बाकी लगे रहे, मैं फिर पब्लिक इंटरस्ट लिटिगेशन कोर्ट के लगाई, तो यकीन बने जब 6 महीने 8 महीने केस चलता रहा, ड्यूरिंग मेरे उस कोर्ट केस के दौरान ही 22 ਦੇ 22 जम्मू तो खाली हो गए। खास करके ग्रीन बेल्ट पार्क के 6-7 टेंट लगे सी, सारे ही अज की डेट के रिमूव हो गए। इस करके वीरो कोई ऐसी गल नहीं है, तो घबराने की जरूरत नहीं है। तुम सोचोगे मैं किसी बड़े अफसर के नाल कोई टक्कर लैना, नहीं, मेरी कोई पर्सनल दुश्मनी नहीं है। पब्लिक के लिए कोई भी काम करना पवे तो गुरु महाराज जी तुहानूं हिम्मत दिंदा, आओ करो, कोई वड्डा नहीं है, कानून के अगे वड्डा कोई नहीं है, कानून तो उपर कोई नहीं है। कानूनी तौर पर रह के कानून के दायरे विच रह के काम करोगे और तुहाडे काम की सक्सैस होएगी। जिस तरह मैं तुहानूं कहंदा सारे पार्क खाली हो गए, VVIPs नूं मेरे नाल कुछ होया भी, लेकिन फिर कहंदे नहीं यार तू अपनी जगह ठीक से, जो तुसें एक्शन लिया ठीक सी, इस वायलेशन साडी तरफों होई सी, जिथे जिथे तुहानूं वायलेशन लगदी है, जिथे जिथे लगता भाई इस चीज़ के नाल साडी कम्यूनिटी का नुकसान हो रहा है, लोगों का नुकसान हो रहा है, ये लोग अपनी पावर का मिसयूज़ कर रहे हैं, तुसीं उन्होंने टक्कर सकते हो। तुसीं कानूनी तौर पर तुसीं RTA लगा के डाटा लैके उन्होंने टक्कर सकते हो। थोड़ी जी हिम्मत चाहिए, हौसला चाहिए। और यकीन मनियो जिस दिन पहलियां साड़ियां 1-2 गल्लां ते इंपैक्ट होया ना, पता चलिया भी मेरे करन दे नाल जम्मू च इतना चेंज फर्क पै गया, तो फिर उसके बाद इतना हौसला मिलिया, फिर वड्डे तो वड्डा काम करने की कोशिश की। मैं हिंदुस्तान की पार्लीमेंट की कंटीन के भी एक डाटा लगा लिया सी, भाई हिंदुस्तान की पार्लीमेंट खाना कितने का मिलता, चाह कितने की मिलती है, वैज कितने का मिलता, नॉन वैज कितने का मिलता,
ਉਹ ਡਾਟਾ ਕੱਢ ਕੇ ਮੈਂ ਅੱਜ ਤੋਂ 7-8 ਸਾਲ ਪਹਿਲੇ ਪੂਰੇ ਹਿੰਦੁਸਤਾਨ ਦੀ ਟੀਵੀ ਚੈਨਲਾਂ ਦੇ ਵਿੱਚ ਮੇਰੀ ਉਹ ਨਿਊਜ਼ ਚੱਲੀ ਸੀ, ਪੂਰੇ ਨੈਸ਼ਨਲ ਮੀਡੀਆ ਵੀ ਮੇਰੀ ਉਹ ਨਿਊਜ਼ ਚੱਲੀ ਸੀ। ਉਹ ਤੋਂ ਬਾਅਦ ਫਰਕ ਇਹ ਪਿਆ, ਅੱਜ ਦੀ ਡੇਟ ਦੇ ਕੰਟੀਨ 'ਚ ਐਸੀ ਸਬਸਿਡੀ ਨਹੀਂ ਰਹੀ ਦੀ, ਸਬਸਿਡਾਈਜ਼ ਫੂਡ ਉੱਥੇ ਬੰਦ ਹੋ ਗਿਆ, ਮਿਲਣਾ ਬੰਦ ਹੋ ਗਿਆ। ਸੋ ਚੀਜ਼ਾਂ ਚੁੱਕ ਕੇ ਤੁਸੀਂ ਅੱਗੇ ਲਿਆਓ, ਬਹੁਤ ਫਰਕ ਪੈਂਦਾ ਸਰਕਾਰਾਂ ਨੂੰ। ਲੇਕਿਨ ਠੋਕਣਾ ਪੈਂਦਾ ਥੋੜ੍ਹਾ ਜਿਹਾ, ਇੱਕ ਵਾਰੀ ਕਹੋ, 2 ਵਾਰੀ ਕਹੋ, 3 ਵਾਰੀ ਕਹੋ, ਆਖਰ ਐਸਾ ਟਾਈਮ ਹੁੰਦਾ ਤੁਸੀਂ ਆਪਣੀ ਚੀਜ਼ ਕੱਢ ਕੇ ਪਬਲਿਕ ਡੋਮੇਨ 'ਚ ਰੱਖ ਦਿਓ। ਜਿਹੜੇ ਪਬਲਿਕ ਨਾਲ ਸਵਾਲ ਕਰਦੀ ਹੈ ਨਾ, ਫਿਰ ਉਹਨਾਂ ਨੂੰ ਲੱਗਿਆ ਪਿਆ ਨਹੀਂ ਸਰਕਾਰ, ਲੋਕੀ ਅਵੇਅਰ ਹੋ ਗਏ ਨੇ, ਸਾਨੂੰ ਸਵਾਲ ਕਰਦੇ ਹਨ ਭਾਈ ਬਾਹਰ ਅਗਰ ਚੀਜ਼ 10 ਰੁਪਏ ਦਾ ਕੱਪ ਹੈ, ਤੁਹਾਨੂੰ 2 ਰੁਪਏ ਦਾ ਕਿਉਂ ਮਿਲਦਾ? ਤੁਹਾਡੀ ਸੈਲਰੀ ਦੇਖੋ ਕਿਤਨੀ ਜ਼ਿਆਦਾ, ਤੁਹਾਨੂੰ 2 ਰੁਪਏ ਦਾ ਕੱਪ ਕਿਉਂ ਮਿਲਦਾ ਹੈ? 50,000 ਯੂਨਿਟ ਇਹਨਾਂ ਨੂੰ ਬਿਜਲੀ ਦੀ ਫ੍ਰੀ ਮਿਲਦੀ ਸੀ, ਇਹਨਾਂ ਨੂੰ 34 ਜਹਾਜ਼ ਦੀਆਂ ਟਿਕਟਾਂ ਫ੍ਰੀ ਮਿਲਦੀਆਂ ਸੀ। ਤੋ ਐਸੀਆਂ ਚੀਜ਼ਾਂ ਸੀ ਕੁਛ, ਤੇ ਉਹ ਉਹਨਾਂ ਚੀਜ਼ਾਂ ਦਾ ਬੜਾ ਫਰਕ ਪਿਆ, ਉਹ ਚੀਜ਼ਾਂ ਦਾ ਫਰਕ ਪੈਂਦਾ। ਸੋ ਆਹ ਕੋਸ਼ਿਸ਼ ਕਰਿਆ ਕਰੀਏ, ਅਗਰ ਇਤਨੇ ਵੱਡੇ ਲੈਵਲ 'ਤੇ ਨਹੀਂ ਕਰਨਾ ਚਾਹੁੰਦੇ, ਕਮ ਸੇ ਕਮ ਅਗਰ ਹਰ ਏਰੀਆ ਦੇ ਵਿੱਚ ਇੱਕ ਐਕਟਿਵਿਸਟ ਬਾਹਰ ਨਿਕਲ ਆਏ, ਤਾਂ ਆਪਣੇ ਸਮਾਜ ਦੇ ਪ੍ਰਤੀ ਜੋ ਆਪਣਾ ਏਰੀਆ ਤੁਹਾਡਾ ਉਹਦੇ ਵਿੱਚ ਹੀ ਕੰਮ ਕਰੋ ਨਾ, ਤੁਸੀਂ ਆਪਣੇ ਏਰੀਆ ਦੀ ਲੋਕੈਲਿਟੀ ਦੀ ਦਸ਼ਾ ਔਰ ਦਿਸ਼ਾ ਬਦਲ ਸਕਦੇ ਹੋ। ਲੇਕਿਨ ਹਿੰਮਤ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ, ਹਰ ਚੀਜ਼ ਚੇਂਜ ਹੋ ਜਾਂਦੀ ਹੈ। ਬਾਕੀ ਮੇਰੀ ਤਰਫੋਂ ਅਗਰ ਕਦੇ ਕਿਸੇ ਨੂੰ ਕੋਈ ਜ਼ਰੂਰਤ ਪਏ, RTA ਦੇ ਬਾਰੇ ਕੋਈ ਜ਼ਰੂਰਤ ਪਵੇ, ਇਸ ਬਾਰੇ ਭਾਈ ਕਿਸ ਤਰ੍ਹਾਂ ਕਰੀਏ, ਅਸੀਂ ਆਪਣੇ ਮਹੱਲੇ 'ਚ ਕੀ ਕਰ ਸਕਦੇ ਹਾਂ, ਲੋਕਾਂ ਦੀ ਖਿਦਮਤ ਕਿਸ ਤਰ੍ਹਾਂ ਕਰ ਸਕਦੇ ਹਾਂ, ਸਮਾਜ ਦੀ ਖਿਦਮਤ ਕਿਸ ਤਰ੍ਹਾਂ ਕਰ ਸਕਦੇ ਹਾਂ ਥਰੂ RTA, ਉਹਦੇ ਬਾਰੇ ਮੇਰੇ ਫੋਨ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ। ਕਾਫੀ ਲੋਕੀ ਮੈਨੂੰ ਡੇਲੀ ਤਕਰੀਬਨ ਫੋਨ ਕਰਦੇ ਹਨ। ਮੇਰੇ ਆਪਣੇ ਸਮਾਜ ਦੇ ਵਿੱਚ ਦੇ ਲੋਕਾਂ ਨੂੰ ਵੀ ਅਗਰ ਨੌਜਵਾਨਾਂ ਨੂੰ ਕਦੇ ਮੇਰੀ ਕੋਈ ਜ਼ਰੂਰਤ ਪਏ, ਮੈਂ ਹਮੇਸ਼ਾ 24/7 ਉਹਨਾਂ ਦੇ ਲਈ ਹਾਜ਼ਰ ਹਾਂ। ਇਸ ਚੀਜ਼ ਦੇ ਬਾਰੇ RTA ਦੇ ਬਾਰੇ ਮੈਂ ਕੋਈ ਗਾਈਡੈਂਸ ਲੈ ਕੇ ਆਪਣੇ ਲੈਵਲ 'ਤੇ ਵੀ ਇਹ ਕੰਮ ਕਰ ਸਕਦੇ ਹਨ, ਤਾਂ ਕਿ ਸਮਾਜ ਨੂੰ ਇੱਕ ਅੱਛਾ ਸੇਧ ਦੇ ਸਕਣ, ਆਪਣੇ ਇਲਾਕੇ ਦੀ ਡਿਵੈਲਪਮੈਂਟ ਠੀਕ ਕਰਾ ਸਕਣ, ਕਰਪਸ਼ਨ ਫ੍ਰੀ ਸੁਸਾਇਟੀ ਦੇ ਸਕਣ, ਅਤੇ ਕੰਮ ਕਰਨਾ ਚਾਹਣ, ਅਤੇ ਕੰਮ ਬੜਾ ਅੱਛਾ ਆਉਂਦਾ। ਬਿਲਕੁਲ। ਇੱਕ ਨਾ ਤੁਹਾਡੇ ਵਿੱਚ ਇੱਕ ਮੈਨੂੰ ਜਿਹੜੀ ਖਾਸ ਜਿਹੀ ਗੱਲ ਇਹ ਲੱਗਦੀ ਹੁੰਦੀ ਆ, ਬਹੁਤ ਸਾਰੀਆਂ ਖਾਸੀਅਤ ਨੇ ਤੁਹਾਡੇ ਅੰਦਰ। ਇੱਕ ਸਭ ਤੋਂ ਮੈਨੂੰ ਇਹ ਲੱਗਦਾ ਹੁੰਦਾ ਮੇਨ ਗੱਲ, ਕਿ ਜਦੋਂ ਵੀ ਮੈਂ ਕਿਸੇ ਵੀ ਮੈਨੂੰ ਲੱਗਦਾ ਹੁੰਦਾ ਨਾ ਹੁਣ ਕੋਈ ਮੈਨੂੰ ਤੱਥ ਚਾਹੀਦੇ ਨੇ, ਜਾਂ ਮੈਨੂੰ ਕੋਈ ਹੁਣ ਇਹਦੇ ਉੱਤੇ ਨਾ ਪ੍ਰੋਪਰ ਮੈਨੂੰ ਇਨਫੋਰਮੇਸ਼ਨ ਚਾਹੀਦੀ ਆ, ਤੁਹਾਡੇ ਕੋਲ ਨਾ ਹਰ ਇੱਕ ਚੀਜ਼ ਦਾ ਨਾ ਬਹੁਤ ਮਤਲਬ ਡਾਟਾ ਹਰ ਇੱਕ ਹੁੰਦਾ ਹੈ ਨਾ। ਇਹ ਗੱਲ ਕਾਫੀ ਸਾਰੇ ਲੋਕਾਂ ਕੋਲੋਂ ਮੈਂ ਸੁਣੀ ਆ। ਤਾਂ ਇਹ ਇਨਫੋਰਮੇਸ਼ਨ ਜਦੋਂ ਇਕੱਠੀ ਕਰਦੇ ਹੋ, ਕਦੀ ਹੁੰਦਾ ਕਿ ਮਤਲਬ ਕਿ ਅਜਿਹਾ, ਜਾਂ ਇਸ ਚੀਜ਼ ਦੇ ਵਿੱਚ ਹੁਣ ਇੰਟਰਸਟ ਹੋ ਗਿਆ ਕਿ ਅੱਗੇ ਜਦੋਂ ਲੋਕ ਜੁੜਦੇ ਜਾਂਦੇ ਨੇ, ਤੁਹਾਡੇ ਕੋਲ ਡਾਟਾ ਆਉਂਦਾ ਜਾਂਦਾ, ਕਿਆ ਸਟਾਰਟਿੰਗ ਦੇ ਵਿੱਚ ਕੁਛ ਮੁਸ਼ਕਿਲ ਲੱਗਿਆ ਸੀਗਾ? ਜਾਂ ਦੇਖੋ, ਮੈਂ RTA ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਮੈਂ ਕਹੀਏ RTA ਨੂੰ ਤਕਰੀਬਨ ਖਤਮ ਕਰ ਦਿੱਤਾ ਗਿਆ। RTA ਦਾ ਲੋਕਾਂ ਨੂੰ ਜਵਾਬ ਨਹੀਂ ਮਿਲਦਾ, ਔਰ ਮੈਨੂੰ ਇਸ ਕਰਕੇ ਥੋੜ੍ਹਾ ਮਿਲ ਜਾਂਦਾ ਕਿਉਂਕਿ ਮੇਰੀ ਥੋੜ੍ਹੀ ਜਿਹੀ ਇੱਕ ਪਹਿਚਾਣ ਬਣ ਗਈ ਹੈ ਸਮਾਜ ਦੇ ਵਿੱਚ, ਅਫਸਰ ਦੇ ਵਿੱਚ ਪਹਿਚਾਣ ਬਣ ਗਈ ਹੈ। ਉਹਨਾਂ ਨੂੰ ਪਤਾ ਅਗਰ ਇਸ ਨੂੰ ਜਵਾਬ ਨਹੀਂ ਦਿਆਂਗਾ, ਇਹ ਸਾਨੂੰ ਦੂਰ ਤੱਕ ਲੈ ਕੇ ਜਾਏਗਾ, ਇਹ ਸਾਨੂੰ ਸੈਕੰਡ ਅਪੀਲ ਦਿੱਲੀ ਤੱਕ ਲੈ ਕੇ ਜਾਏਗਾ, ਸਾਨੂੰ ਇਹ ਕਰੇਗਾ। ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਜਵਾਬ ਅੱਜ ਵੀ 70-80% ਮੈਨੂੰ ਜਵਾਬ ਮਿਲ ਜਾਂਦਾ। ਅਮੂਮਨ ਲੋਕਾਂ ਨੂੰ ਜਵਾਬ ਨਹੀਂ ਦਿੰਦੇ। ਅਸੀਂ ਪੁੱਛਦੇ ਕੁਛ ਹਾਂ, ਜਵਾਬ ਕੁਛ ਮਿਲਦਾ। ਜੋ ਚੀਜ਼ ਪੁੱਛੀ ਜਾਂਦੀ ਹੈ ਉਹਦਾ ਜਵਾਬ ਨਹੀਂ ਮਿਲਦਾ, ਤਾਂ ਲੋਕਾਂ ਨੂੰ ਕਿਤੇ ਲੇਕਿਨ ਫਿਰ ਵੀ ਹੈ, ਇਹਦੇ 'ਚ ਪ੍ਰੋਵੀਜ਼ਨ ਹੈ। ਅਗਰ ਤੁਸੀਂ ਇੱਕ ਵਾਰੀ RTA ਲਗਾਈ ਹੈ, ਜਵਾਬ ਨਹੀਂ ਮਿਲਿਆ, ਉਹਦੇ ਫਸਟ ਅਪੀਲ ਲਗਾਓ, ਫਿਰ ਜਵਾਬ ਨਹੀਂ ਮਿਲਿਆ, ਸੈਕੰਡ ਅਪੀਲ ਲਗਾਉਣੀ ਪੈਂਦੀ ਹੈ। ਥੋੜ੍ਹੀ ਜਿਹੀ ਹਿੰਮਤ ਕਰਨੀ ਪੈਂਦੀ ਹੈ, ਕਿਉਂਕਿ ਇਨਸਾਨ ਸੋਚੇ ਮੈਂ ਅੱਜ ਲਗਾਈ ਹੈ ਔਰ ਇੱਕ ਕੰਮ ਐਸਾ ਹੈ, ਤੁਸੀਂ ਇਹਦੇ 'ਚ ਤੁਹਾਨੂੰ ਹਾਸਲ ਕੁਛ ਨਹੀਂ ਹੋਣਾ, ਤੁਸੀਂ ਕੋਈ ਫਾਈਨੈਂਸ਼ੀਅਲੀ ਕੁਛ ਤੁਹਾਨੂੰ ਮਿਲਦਾ, ਉਹ ਕੁਛ ਨਹੀਂ ਮਿਲਣਾ। ਤੁਹਾਨੂੰ ਸਿਰ ਦਿਮਾਗ ਦੀ ਤਸੱਲੀ ਹੁੰਦੀ ਹੈ, ਸਕੂਨ ਹੁੰਦਾ ਹੈ ਕਿ ਅੱਜ ਅਗਰ ਤੁਸੀਂ ਮੇਰੇ ਫੋਟੋਗ੍ਰਾਫ ਦੇਖ ਰਹੇ ਹੋ, ਗਵਰਨਰ ਸਾਹਿਬ ਨਾਲ ਬੈਠ ਕੇ ਮੈਨੂੰ ਟਾਈਮ ਮਿਲਿਆ, 1 to 1 ਮੇਰਾ ਵੋਰਾ ਸਾਹਿਬ ਨਾਲ ਮੀਟਿੰਗ ਹੁੰਦੀ ਸੀ 15-20 ਮਿੰਟ ਦੀ, ਤਾਂ ਉੱਥੇ ਤੱਕ ਪਹੁੰਚਣਾ, ਉਸ ਕੁਰਸੀ ਤੱਕ ਪਹੁੰਚਣਾ, ਗਵਰਨਰ ਸਾਹਿਬ ਦੇ ਨਾਲ 1 to 1 ਬੈਠ ਕੇ, ਅਤੇ ਮੈਂ ਸਮਝਦਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਧਨ ਦੌਲਤ ਇੱਕ ਪਾਸੇ ਕਰ ਲਈਏ, ਬੜੇ ਧਨਾੜ ਲੋਕ ਇੱਥੇ ਬੈਠੇ ਹਨ, ਲੇਕਿਨ ਸ਼ਾਇਦ 1 to 1 ਇਸ ਤਰ੍ਹਾਂ ਗਵਰਨਰ ਸਾਹਿਬ ਨਾਲ ਨਾ ਬੈਠ ਸਕਦੇ ਹੋ, ਸ਼ਾਇਦ ਉਹਨਾਂ ਨੂੰ ਐਸੀ ਰਿਕੋਗਨੀਸ਼ਨ ਨਾ ਮਿਲਦੀ ਹੋਵੇ। ਹਰ ਚੀਜ਼ ਪੈਸਾ ਹੀ ਨਹੀਂ ਹੁੰਦਾ। ਸਮਾਜ ਦੇ ਅਗਰ ਤੁਸੀਂ ਕੰਮ ਕਰੋਗੇ, ਤਾਂ ਮੈਂ ਕਹਿੰਦਾ ਮੈਂ ਆਪਣੇ ਸਮਾਜ ਦਾ ਵੀ ਬੜਾ ਧੰਨਵਾਦ ਕਰਦਾ ਕਿ ਮੇਰੇ ਆਪਣੇ ਸਮਾਜ ਨੇ ਵੀ ਮੈਨੂੰ ਬੜੀ ਇੱਜ਼ਤ ਬਖਸ਼ੀ। ਅਸੀਂ ਕਿਵੇਂ ਦੇਖੇ ਨਾ, ਲੋਕਾਂ ਦੇ ਕਮੈਂਟਸ ਪੜ੍ਹਦੇ ਹਾਂ, ਅਤੇ ਕਈ ਕੰਮ ਐਸੇ ਕਰਦੇ ਜਿਨ੍ਹਾਂ ਦੇ ਸਾਰੇ ਕਮੈਂਟਸ ਅਸੀਂ ਪੜ੍ਹਦੇ ਹਾਂ, ਲੋਕਾਂ ਦੇ ਬੜੇ ਐਡਵਰਸ, ਬੜੇ ਨੈਗੇਟਿਵ ਕਮੈਂਟਸ ਹੁੰਦੇ ਨੇ, ਲੇਕਿਨ ਮੈਂ ਫਖਰ ਦੇ ਨਾਲ ਕਹਿੰਦਾ ਕਿਸੇ ਵੀ ਸ਼ਖਸ ਨੇ ਅੱਜ ਤੱਕ ਮੇਰੇ ਥੱਲੇ ਕੋਈ ਐਸਾ ਕਮੈਂਟ ਨਹੀਂ ਕੀਤਾ ਕਿ ਭਾਈ ਜਿਸ ਤਰੀਕੇ ਮੈਨੂੰ ਲੱਗੇ ਭਾਈ ਨਹੀਂ ਮੇਰਾ ਸਮਾਜ ਮੇਰੇ ਤੋਂ ਦੁਖੀ ਹੈ। तो मैंने जिसने भी किया एप्रीशिएट किया और एनकरेजिंग मैसेज पाए भाई वीर जी बहुत अच्छा कर रहे हो। तो ये चीज़ा इन्फॉर्मेशन लैनियाँ शुरू काफ़ी मुश्किल सी, ऐसी गल नहीं, लेकिन असा एक एस्टैबलिश किया RTI नू एस्टैबलिश जम्मू करने वाले असी 2-4-5 लोग सी जिन्होंने इस पर बहुत काम किया। अब ईवन कि असी हर डिस्ट्रिक्ट में जाके DC साहब के नाल बैठ के असी वर्कशॉपां ऑर्गेनाइज कीतियां, डिस्ट्रिक्ट अफसरां नूं असी सेंसिटाइज किया भाई RTI एक्ट के बारे उन्होंने पढ़ाने की कोशिश की भाई लोगों को जवाब सही दिया करो लोगों को। अच्छा फिर कई अफसर नूं बड़ा दुख लगता भाई एक शख्स उठ के सानू आके क्वेश्चन कर छड्दा, एक प्राइम मिनिस्टर भी अज एक रक्षा पुलर भी उठ के प्राइम मिनिस्टर या प्रेजिडेंट को सवाल पूछ लैंदा, तो कई शायद ये ताकत लोगों की अच्छी नहीं लगती क्योंकि अपनी ताकत अच्छी लगती है, साढ़े को ताकत होनी चाहिए है। पब्लिक को अगर कोई पहली बार ताकत मिली है फिर कदे ना कदे ब्लैकमेलर है, सानू हरास करता है, सानू तंग करता है। रमन जी कोई भी फाइल ना साड़ी भी कोई फाइल अगर दफ्तर पेज होंगी सी ना असीं जाके पुछदे जी भाई मैनूं कागज़ देखना, कहंदे नहीं जी हुण ऑफिशियल डॉक्यूमेंट तो तुहानूं नहीं दस्सिया जा सकदा। सो इस RTI एक्ट ने लोगों को इतनी ज़्यादा ताकत दी कि प्रधानमंत्री ने अगर प्रेजिडेंट को कोई लैटर लिखी है मैं उस लैटर नूं देख सकदा, मैं उन्होंने को कापी मंग सकदा भाई तुसीं की रिकमेंड किया सी, तुसीं अपनी तरफों की लैटर भेजी सी,
ਜਾਂ ਪ੍ਰੈਜ਼ੀਡੈਂਟ ਨੇ ਅਗਰ ਕੋਈ ਆਰਡਰ ਕੀਤਾ ਅਸੀਂ ਉਸ ਆਰਡਰ ਕਿਸ ਬਿਹਾਫ ਤੇ ਕੀਤਾ, ਉਹਦੀ ਮਿੰਟਸ ਆਫ ਮੀਟਿੰਗ ਕੀ ਸਨ। ਇਹ ਚੀਜ਼ਾਂ ਸਾਨੂੰ ਮਿਲਦੀਆਂ ਜਿਹੜੀਆਂ ਕਿ ਜ਼ਿੰਦਗੀ 'ਚ ਅਸੀਂ ਸੋਚ ਵੀ ਨਹੀਂ ਸਕਦੇ। ਮੇਰੇ ਕੋਲ ਐਸੇ ਡਾਕੂਮੈਂਟਸ ਹਨ, ਐਸੀਆਂ ਚੀਜ਼ਾਂ ਮੇਰੇ ਕੋਲ ਆਈ ਦੀਆਂ ਜਿਹੜੀਆਂ ਤਾਂ ਜ਼ਿੰਦਗੀ ਸਾਨੂੰ ਕੋਈ ਨਹੀਂ ਸੀ ਦੇ ਸਕਦਾ। ਇਹ ਥਰੂ ਆਰਟੀਆਈ ਹੀ ਮੈਨੂੰ ਮਿਲੀਆਂ, ਔਰ ਜਦ ਮਿਲ ਕੇ ਤਦੇ ਸਾਨੂੰ ਪਤਾ ਚੱਲਿਆ ਵੀ ਸਮਾਜ ਦੇ ਵਿੱਚ ਕਿੱਥੇ ਕਿੱਥੇ ਕਮਜ਼ੋਰੀਆਂ ਨੇ, ਕਿੱਥੇ ਕਿੱਥੇ ਕਰਪਸ਼ਨ ਹੈ, ਕਿੱਥੇ ਕਿੱਥੇ ਲੂਪ ਹੋਲਸ ਹਨ, ਤਾਂ ਜਾ ਕੇ ਸਟ੍ਰਾਈਕ ਕਰ ਸਕੇ। ਅਗਰ ਆਰਟੀਆਈ ਨਾ ਹੁੰਦਾ ਤਾਂ ਇਹ ਚੀਜ਼ਾਂ ਮੇਰੇ ਲਈ ਪੋਸੀਬਲ ਨਹੀਂ ਸੀ, ਮੈਂ ਨਹੀਂ ਸਾਂ ਕਰ ਸਕਦਾ। ਆਰਟੀਆਈ ਆਉਣ ਦੇ ਬਾਅਦ ਹੀ ਸਾਨੂੰ ਪਤਾ ਚੱਲਿਆ ਵੀ ਕਿਸ ਡਿਪਾਰਟਮੈਂਟ ਵਿੱਚ ਕੀ ਚੀਜ਼ ਹੋ ਰਿਹਾ, ਕਿਸ ਨੇ ਪਰਚੇਸਿੰਗ ਕੀਤੀ ਹੈ, ਗਲਤ ਕੀਤੀ ਹੈ, ਠੀਕ ਕੀਤੀ ਹੈ। ਤਾਂ ਹੁਣ ਮੈਂ ਸਮਾਰਟ ਸਿਟੀ ਦੇ ਉੱਪਰ ਲੱਗਿਆ। ਅਗਲਾ ਪ੍ਰੋਜੈਕਟ ਮੇਰਾ ਸਮਾਰਟ ਸਿਟੀ, ਇਹਦੇ ਵਿੱਚ ਹੀ ਬਹੁਤ ਐਸੀਆਂ ਚੀਜ਼ਾਂ ਹਨ। ਔਰ ਮੈਂ ਸਮਾਰਟ ਸਿਟੀ ਦੀ ਮੈਂ PL ਤਿਆਰ ਕਰ ਰਿਹਾ, ਮੈਂ ਪਬਲਿਕ ਇੰਟਰਸਟ ਲਿਟੀਗੇਸ਼ਨ ਤਿਆਰ ਕਰ ਰਿਹਾ। ਕੋਰਟ ਦੇ ਵਿੱਚ ਮੇਰੀ ਉਹ ਚੱਲਦੀ ਪਈ ਹੈ, ਡਰਾਫਟਿੰਗ ਚੱਲਦੀ ਪਈ ਹੈ। 10 ਦਿਨ 15 दिन या महीने के अंदर मैं एक PL भी लगाऊंगा, क्योंकि जितनी भी जम्मू कुछ ऐसे काम हो रहे हैं, अच्छे भी बहुत हो रहे हैं, लेकिन कुछ कमियां भी बहुत हैं। ਜਿਹੜੀਆਂ ਕਮੀਆਂ ਨੇ ਉਹਨੂੰ ਉਜਾਗਰ ਕਰਨ ਦੇ ਲਈ ਮੈਂ ਡਿਵੀਜ਼ਨ ਕਮਿਸ਼ਨਰ ਸਾਹਿਬ ਨੂੰ ਮੀਟਿੰਗ ਕਰਕੇ ਲਿਖਿਆ ਸੀ, DC ਜੰਮੂ ਨੂੰ ਕੀਤਾ ਸੀ, CO ਸਮਾਰਟ ਸਿਟੀ ਨੂੰ ਲਿਖਿਆ, ਲੇਕਿਨ ਕੋਈ ਜ਼ਿਆਦਾ ਫਰਕ ਨਹੀਂ ਪਿਆ। ਤੇ ਹੁਣ ਉਹਦੇ ਕਰਕੇ ਫਿਰ ਕੋਰਟ ਦੀ ਇੰਟਰਵੈਂਸ਼ਨ ਬਹੁਤ ਜ਼ਰੂਰੀ ਹੈ। PL ਤਿਆਰ ਕਰ ਰਹੇ ਹਾਂ, ਬਹੁਤ ਜਲਦੀ ਜਾ ਕੇ ਉਹ ਕੋਰਟ 'ਚ PL ਦਾਇਰ ਕਰਾਂਗੇ, ਤਾਂ ਕਿ ਸਮਾਰਟ ਸਿਟੀ ਦੇ ਜੋ ਪ੍ਰੋਜੈਕਟਸ ਹਨ ਜੰਮੂ ਸੱਚਮੁੱਚ ਇੱਕ ਸਮਾਰਟ ਸਿਟੀ ਬਣੇ। ਕਿਉਂਕਿ ਪੈਸਾ ਬਹੁਤ ਆਇਆ, ਲੇਕਿਨ ਕਿਤੇ ਨਾ ਕਿਤੇ ਲੀਕੇਜ ਹੋ ਜਾਂਦੀ ਹੈ, ਪ੍ਰੋਪਰ ਉਹਦੀ ਯੂਟੀਲਾਈਜੇਸ਼ਨ ਨਹੀਂ ਹੁੰਦੀ, ਜੁਡੀਸ਼ੀਅਸ ਇਸਤੇਮਾਲ ਨਹੀਂ ਹੁੰਦਾ। ਉਹਦੇ ਕਰਕੇ ਕੋਰਟ 'ਚ ਮੈਂ ਦੁਬਾਰਾ ਉਹਦੀ ਇੰਟਰਵੈਂਸ਼ਨ ਲੈ ਲਾਂਗਾ ਕੋਰਟ ਦੀ, ਤੇ ਤਾਂ ਕਿ ਉਹਨਾਂ ਦੀ ਇੰਟਰਵੈਂਸ਼ਨ ਦੇ ਬਾਅਦ ਸ਼ਾਇਦ ਕੰਮ ਅੱਛੇ ਹੋ ਜਾਣ। ਜੀ, ਜਿਸ ਤਰ੍ਹਾਂ ਦੇ ਨਾਲ ਬਹੁਤ ਹੀ ਵਧੀਆ ਸ਼ਬਦਾਂ ਦੇ ਨਾਲ, ਬਹੁਤ ਪੂਰੀ ਹੀ ਜਿੱਦਾਂ ਇਹ ਨਾ ਮਤਲਬ ਮੈਂ ਅਕਸਰ ਕਹਿੰਦੀ ਹੁੰਦੀ ਹਾਂ, ਤੁਹਾਨੂੰ ਪਤਾ ਤੁਹਾਡੇ ਲਾਈਵ ਦੇ ਦੌਰਾਨ ਜਦੋਂ ਆਪਾਂ ਲਾਈਵ ਸਟ੍ਰੀਮ ਯਾਰਡ 'ਤੇ ਵੀ ਇੰਟਰੈਕਸ਼ਨ ਕਰਦੇ ਹਾਂ, ਤਾਂ ਮੈਂ ਅਕਸਰ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਹੁਣ ਨਾ ਮੈਨੂੰ ਇਨਫੋਰਮੇਸ਼ਨ ਡਾਟਾ ਦੀ ਜ਼ਰੂਰਤ ਆ, ਅਤੇ ਮੈਨੂੰ ਅੱਜ ਤੁਸੀਂ ਦਿਓ। ਉਸੇ ਹੀ ਤਰ੍ਹਾਂ ਜਿੰਨੀ ਵੀ ਗੱਲ, ਜਿੰਨੇ ਵੀ ਸਵਾਲ ਬਲਵਿੰਦਰ ਵੀਰ ਜੀ ਹੁਣਾਂ ਤੋਂ ਕੀਤੇ ਜਾਣ, ਉਹਦਾ ਬਹੁਤ ਹੀ ਪੁਖਤਾ ਤਰੀਕੇ ਦੇ ਨਾਲ ਜਿਹੜਾ ਜਵਾਬ ਇਹਨਾਂ ਦੇ ਰਾਹੀਂ ਦਿੱਤਾ ਜਾਂਦਾ ਹੈ। ਇੱਕ ਵਾਰ ਫਿਰ ਤੋਂ ਮੈਂ ਇਕਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਆਪ ਜੀ ਦਾ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ, ਔਰ ਨਾਲ ਹੀ ਤੁਹਾਨੂੰ ਔਰ ਸਾਡੀ ਪੂਰੀ ਕਮਿਊਨਿਟੀ ਨੂੰ ਬਹੁਤ ਬਹੁਤ ਵਧਾਈ ਹੈ ਕਿ ਸਾਡੇ ਸਿੱਖ ਫੇਸਿਸ ਨੇ, ਜਿਹੜੇ ਸਾਡੇ ਦਸਤਾਰਾਂ ਵਾਲੇ ਵੀਰ ਨੇ, ਉਹ ਵੀ ਅੱਗੇ ਆ ਰਹੇ ਨੇ ਹਰ ਖੇਤਰ ਦੇ ਵਿੱਚ। ਸਾਡੀ ਪੂਰੀ ਕਮਿਊਨਿਟੀ ਨੂੰ ਤੁਹਾਡੇ ਉੱਤੇ ਮਾਣ ਹੈ। ਇੱਕ ਵਾਰ ਫਿਰ ਤੋਂ ਇਕਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਅਤੇ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ। ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਜੀ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।